21ਵੀਂ ਸਦੀ ਦਾ ਕਾਰੋਬਾਰ ਰੌਬਰਟ ਟੀ ਕਿਓਸਾਕੀ ਅਧਿਆਇ 6 ਇਹ ਬਾਗਡੋਰ ਸਾਂਭਣ ਦਾ ਸਮਾਂ ਹੈ। ਸਨ 1985 ਦੀ ਗੱਲ ਹੈ। ਮੈਂ ਅਤੇ ਮੇਰੀ ਪਤਨੀ ਕਿਮ ਬੇਘਰ ਸੀ। ਅਸੀਂ ਬੇਰੁਜ਼ਗਾਰ ਸੀ ਅਤੇ ਬੱਚਤ ਦੇ ਨਾਂ ਤੇ ਸਾਡੇ ਕੋਲ ਨਾ ਮਾਤਰ ਹੀ ਪੈਸਾ ਸੀ। ਸਾਡੇ ਕ੍ਰੈਡਿਟ ਕਾਰਡਸ ਦੀਆਂ ਲਿਮਟਾਂ ਖਤਮ ਹੋ ਚੁੱਕੀਆਂ ਸਨ ਅਤੇ ਅਸੀਂ ਇੱਕ ਪੁਰਾਣੀ ਭੂਰੇ ਰੰਗ ਦੀ ਟੋਇਟਾ ਗੱਡੀ ਵਿੱਚ ਰਹਿੰਦੇ ਸੀ ਜਿਸ ਦੀਆਂ ਮੁੜਨ ਵਾਲੀਆਂ ਸੀਟਾਂ ਸਾਡੇ ਲਈ ਬਿਸਤਰੇ ਦਾ ਕੰਮ ਕਰਦੀਆਂ ਸਨ। ਕਾਰ ਵਿੱਚ ਸੌਣ ਤੋਂ ਇੱਕ ਹਫ਼ਤੇ ਬਾਅਦ ਇਹ ਨਿਰਦਈ ਅਸਲੀਅਤ ਸਾਨੂੰ ਟੁੰਬਣ ਲੱਗੀ ਸੀ ਕਿ ਅਸੀਂ ਕੌਣ ਸੀ, ਕੀ ਕਰ ਰਹੇ ਹਾਂ ਅਤੇ ਕਿਹੜੀ ਦਿਸ਼ਾ ਵੱਲ ਜਾ ਰਹੇ ਹਾਂ। ਜਦੋਂ ਇੱਕ ਮਿੱਤਰ ਨੂੰ ਸਾਡੇ ਮਾੜੇ ਹਾਲਾਤਾਂ ਬਾਰੇ ਪਤਾ ਚੱਲਿਆ ਤਾਂ ਉਸਨੇ ਸਾਨੂੰ ਆਪਣੇ ਬੇਸਮੈਂਟ ਵਿੱਚ ਇੱਕ ਕਮਰਾ ਦੇ ਦਿੱਤਾ। ਜਦੋਂ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਸਾਡੀ ਹਾਲਾਤ ਬਾਰੇ ਦੱਸਿਆ ਗਿਆ ਤਾਂ ਉਹਨਾਂ ਦਾ ਪਹਿਲਾ ਸਵਾਲ ਹਮੇਸ਼ਾ ਇਹੀ ਹੁੰਦਾ ਸੀ, ਤੁਸੀਂ ਲੋਕ ਕੋਈ ਨੌਕਰੀ ਕਿਉਂ ਨਹੀਂ ਕਰ ਲੈਂਦੇ। ਪਹਿਲਾਂ ਤਾਂ ਅਸੀਂ ਬੜੀ ਕੋਸ਼ਿਸ਼ ਕੀਤੀ, ਲੇਕਿਨ ਸਾਡੇ ਸ਼ੁਭਚਿੰਤਕਾਂ ਨੂੰ ਆਪਣੇ ਤਰਕ ਸਮਝਾਉਣ ਵਿੱਚ ਸਾਨੂੰ ਬੜੀਆਂ ਮੁਸ਼ਕਲਾਂ ਪੇਸ਼ ਆਈਆਂ। ਜਦੋਂ ਤੁਸੀਂ ਕਿਸੇ ਇਹੋ ਜਿਹੇ ਵਿਅਕਤੀ ਨਾਲ ਗੱਲ ਕਰ ਰਹੇ ਹੋ ਜਿਹੜਾ ਨੌਕਰੀ ਨੂੰ ਮਹੱਤਵ ਦਿੰਦਾ ਹੋਵੇ ਤਾਂ ਉਸ ਨੂੰ ਇਹ ਸਮਝਾਉਣਾ ਕਾਫੀ ਮੁਸ਼ਕਲ ਹੁੰਦਾ ਹੈ ਕਿ ਤੁਸੀਂ ਨੌਕਰੀ ਕਿਉਂ ਨਹੀਂ ਕਰਨਾ ਚਾਹੁੰਦੇ। ਅਸੀਂ ਕਦੇ-ਕਦਾਈ ਇੱਥੇ ਉੱਥੇ ਕੰਮ ਕਰਨ ਵਿੱਚ ਕੁਝ ਡਾਲਰ ਕਮਾ ਲੈਂਦੇ ਸੀ, ਲੇਕਿਨ ਅਸੀਂ ਉਹ ਕੰਮ ਸਿਰਫ ਇਸ ਲਈ ਕਰਦੇ ਸੀ ਤਾਂ ਜੋ ਸਾਡੇ ਢਿੱਡ ਵਿੱਚ ਰੋਟੀ ਰਹੇ ਅਤੇ ਸਾਡੇ ਘਰ ਭਾਵ ਸਾਡੀ ਕਾਰ ਵਿੱਚ ਗੈਸ। ਮੈਂ ਸਵੀਕਾਰ ਕਰਦਾ ਹਾਂ ਕਿ ਡੂੰਘੇ ਵਿਅਕਤੀਗਤ ਸ਼ੰਕੇ ਦੇ ਪਲਾਂ ਵਿੱਚ ਤਨਖਾਹ ਵਾਲੀ ਸੁਰੱਖਿਅਤ ਨੌਕਰੀ ਦਾ ਵਿਚਾਰ ਬੜਾ ਆਕਰਸ਼ਕ ਲੱਗ ਰਿਹਾ ਸੀ, ਲੇਕਿਨ ਅਸੀਂ ਨੌਕਰੀ ਦੀ ਸੁਰੱਖਿਆ ਦੀ ਤਲਾਸ਼ ਨਹੀਂ ਕਰ ਰਹੇ। ਇਸ ਲਈ ਅਸੀਂ ਡਟੇ ਰਹੇ ਅਤੇ ਆਰਥਿਕ ਖਾਈ ਦੀ ਫਸੀਲ ਉੱਤੇ ਇੱਕ ਦਿਨ ਜਿਉਂਦੇ ਰਹੇ। ਅਸੀਂ ਜਿਉਂਦੇ ਸੀ ਕਿ ਅਸੀਂ ਜਦ ਚਾਹਾਂਗੇ ਸਾਨੂੰ ਇੱਕ ਸੁਰੱਖਿਅਤ ਅਤੇ ਉੱਚੀ ਤਨਖਾਹ ਵਾਲੀ ਨੌਕਰੀ ਮਿਲ ਸਕੇ। ਅਸੀਂ ਦੋਵੇਂ ਹੀ ਕਾਲਜ ਦੀ ਪੜ੍ਹਾਈ ਪੂਰੀ ਕਰ ਚੁੱਕੇ ਸੀ। ਸਾਡੇ ਵਿੱਚ ਨੌਕਰੀ ਲਈ ਵਧੀਆ ਯੋਗਤਾਵਾਂ ਵੀ ਸਨ ਅਤੇ ਸਾਡੀ ਕਾਰਜਨੀਤੀ ਠੋਸ ਸੀ, ਲੇਕਿਨ ਅਸੀਂ ਨੌਕਰੀ ਦੀ ਸੁਰੱਖਿਆ ਨਹੀਂ ਬਲਕਿ ਆਰਥਿਕ ਸੁਤੰਤਰਤਾ ਚਾਹੁੰਦੇ ਸੀ। 1999 ਤੱਕ ਅਸੀਂ ਕਰੋੜਪਤੀ ਬਣ ਗਏ। ਮੈਂ ਅਕਸਰ ਲੋਕਾਂ ਨੂੰ ਕਹਿੰਦਿਆਂ ਸੁਣਿਆ ਹੈ, ਪੈਸੇ ਬਣਾਉਣ ਲਈ ਪੈਸਿਆਂ ਦੀ ਲੋੜ ਹੁੰਦੀ ਹੈ। ਇਹ ਸਰਾਸਰ ਬਕਵਾਸ ਹੈ। ਬੇਘਰ ਤੋਂ ਕਰੋੜਪਤੀ ਬਣਨ ਦੇ ਸਾਡੇ ਸਫ਼ਰ ਵਿੱਚ 4 ਸਾਲਾਂ ਦਾ ਸਮਾਂ ਲੱਗਿਆ ਸੀ ਅਤੇ ਇਸ ਤੋਂ ਬਾਅਦ ਅਸਲੀ ਆਰਥਿਕ ਸੁਤੰਤਰਤਾ ਤੱਕ ਪੁੱਜਣ ਵਿੱਚ ਸਾਨੂੰ 5 ਸਾਲ ਹੋਰ ਲੱਗੇ, ਲੇਕਿਨ ਇਸ ਵਿੱਚ ਪੈਸਿਆਂ ਦੀ ਲੋੜ ਨਹੀਂ ਸੀ ਪਈ। ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਤਾਂ ਸਾਡੇ ਕੋਲ ਜਰਾ ਵੀ ਪੈਸੇ ਨਹੀਂ ਸੀ। ਅਸਲ ਵਿੱਚ ਅਸੀਂ ਕਰਜ਼ੇ ਵਿੱਚ ਸੀ ਅਤੇ ਰਾਹ ਵਿੱਚ ਕਿਸੇ ਨੇ ਸਾਨੂੰ ਕੁਝ ਨਹੀਂ ਦਿੱਤਾ। ਇਸ ਵਿੱਚ ਚੰਗੀ ਉਪਚਾਰਕ ਸਿੱਖਿਆ ਦੀ ਲੋੜ ਵੀ ਨਹੀਂ ਪੈਂਦੀ। ਕਾਲਜ ਦੀ ਸਿੱਖਿਆ ਰਵਾਇਤੀ ਕਿੱਤਿਆਂ ਲਈ ਤਾਂ ਮਹੱਤਵਪੂਰਨ ਹੈ, ਲੇਕਿਨ ਦੌਲਤਮੰਦ ਬਣਨ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਨਹੀਂ ਹੈ। ਜੇਕਰ ਪੈਸੇ ਬਣਾਉਣ ਵਿੱਚ ਪੈਸਿਆਂ ਦੀ ਲੋੜ ਨਹੀਂ ਪੈਂਦੀ ਅਤੇ ਆਰਥਿਕ ਨਜ਼ਰੀਏ ਨਾਲ ਸੁਤੰਤਰ ਬਣਨਾ ਸਿੱਖਣ ਵਿੱਚ ਔਪਚਾਰਿਕ ਸਿੱਖਿਆ ਦੀ ਵੀ ਜ਼ਰੂਰਤ ਨਹੀਂ ਹੁੰਦੀ ਹੈ ਤਾਂ ਫਿਰ ਕਿਸ ਚੀਜ਼ ਦੀ ਲੋੜ ਹੁੰਦੀ ਹੈ। ਦਰਅਸਲ ਇਸ ਵਿੱਚ ਕਈ ਸੁਪਨਿਆਂ ਦੀ ਲੋੜ ਹੁੰਦੀ ਹੈ, ਬਹੁਤੇ ਸੰਕਲਪਾਂ ਦੀ ਲੋੜ ਹੁੰਦੀ ਹੈ, ਫਟਾਫਟ ਸਿੱਖਣ ਦੀ ਇੱਛਾ ਦੀ ਲੋੜ ਹੁੰਦੀ ਹੈ ਅਤੇ ਇਸ ਗੱਲ ਦੀ ਸਮਝ ਦੀ ਵੀ ਲੋੜ ਹੁੰਦੀ ਹੈ ਕਿ ਤੁਸੀਂ ਕੈਸ਼ ਫਲੋ ਕੁਆਡਰੈਂਟ ਦੇ ਕਿਹੜੇ ਹਿੱਸੇ ਵਿੱਚ ਰਹਿ ਕੇ ਕੰਮ ਕਰ ਰਹੇ ਹੋ। ਕਰੜੀ ਮਿਹਨਤ ਨਾਲ ਤੁਸੀਂ ਅਮੀਰ ਨਹੀਂ ਬਣੋਗੇ। ਸਾਡੇ ਸੱਭਿਆਚਾਰ ਵਿੱਚ ਇੱਕ ਅਜੀਬ ਜਿਹਾ ਵਿਚਾਰ ਹੈ ਜਿਹੜਾ ਕਹਿੰਦਾ ਹੈ ਜੇਕਰ ਤੁਸੀਂ ਸੱਚਮੁੱਚ ਕਰੜੀ ਮਿਹਨਤ ਕਰੋਗੇ ਤਾਂ ਸਾਰਾ ਕੁਝ ਠੀਕ ਰਹੇਗਾ। ਬਕਵਾਸ। ਦੁੱਖ ਇਸ ਗੱਲ ਦਾ ਹੈ ਕਿ ਜ਼ਿਆਦਾਤਰ ਲੋਕਾਂ ਦੀ ਬ੍ਰੇਨ ਵਾਸ਼ਿੰਗ ਕਰਕੇ ਉਹਨਾਂ ਨੂੰ ਇਹ ਯਕੀਨ ਦਿਵਾ ਦਿੱਤਾ ਗਿਆ ਹੈ, ਹਾਲਾਂਕਿ ਇਸ ਦੇ ਵਿਰੋਧ ਵਿੱਚ ਢੇਰ ਸਾਰੇ ਸਬੂਤ ਸਾਡੇ ਸਾਰਿਆਂ ਦੇ ਕੋਲ ਹੀ ਮੌਜੂਦ ਹਨ। ਕਿਹੜੇ ਸਬੂਤ? ਬਸ ਆਪਣੇ ਚਾਰੇ ਪਾਸੇ ਨਜ਼ਰ ਪਾ ਲਓ। ਕੀ ਤੁਸੀਂ ਕਿਸੇ ਇਹੋ ਜਿਹੇ ਵਿਅਕਤੀ ਨੂੰ ਜਾਣਦੇ ਹੋ ਜਿਹੜਾ ਸਾਰੀ ਜ਼ਿੰਦਗੀ ਸੱਚਮੁੱਚ ਹੀ ਕਰੜੀ ਮਿਹਨਤ ਕਰਦਾ ਹੋਵੇ, ਲੇਕਿਨ ਇਸ ਦੇ ਬਾਵਜੂਦ ਅੰਤ ਵਿੱਚ ਉਸ ਦਾ ਜੀਵਨ ਗਰੀਬੀ ਰੇਖਾ ਦੇ ਅਪਮਾਨ ਅਤੇ ਹਤਾਸ਼ਾ ਤੋਂ ਬਸ ਥੋੜਾ ਜਿਹਾ ਉੱਪਰ ਜਾਂ ਥੋੜਾ ਜਿਹਾ ਥੱਲੇ ਰਹਿ ਜਾਂਦਾ ਹੋਵੇ? ਜ਼ਾਹਰ ਹੈ ਤੁਸੀਂ ਜਾਣਦੇ ਹੋ। ਅਸੀਂ ਸਾਰੇ ਹੀ ਜਾਣਦੇ ਹਾਂ। ਸੰਸਾਰ ਇਹੋ ਜਿਹੇ ਲੋਕਾਂ ਨਾਲ ਭਰਿਆ ਪਿਆ ਹੈ ਜਿਹੜੇ ਕਰੜੀ ਮਿਹਨਤ ਕਰਦੇ ਹਨ, ਲੇਕਿਨ ਇਸ ਦੇ ਬਾਵਜੂਦ ਨਿਸ਼ਚਿਤ ਤੌਰ ਤੇ ਉਹਨਾਂ ਦੇ ਹਾਲਾਤ ਠੀਕ ਨਹੀਂ ਹਨ ਅਤੇ ਸ਼ਾਇਦ ਸਭ ਤੋਂ ਮਾੜਾ ਹਿੱਸਾ ਇਹ ਹੈ ਕਿ ਇਹਨਾਂ ਵਿੱਚ ਕਈ ਅਭਾਗੇ ਲੋਕ ਇਸ ਨਤੀਜੇ ਤੇ ਪੁੱਜ ਜਾਂਦੇ ਹਨ ਕਿ ਉਹਨਾਂ ਦੀ ਗਲਤੀ ਜਾਂ ਵਿਅਕਤੀਗਤ ਅਸਮਰਥਾ ਦੇ ਕਾਰਨ ਇੰਜ ਹੋਇਆ। ਉਹਨਾਂ ਨੇ ਸਾਰੀਆਂ ਚੀਜ਼ਾਂ ਸਹੀ ਕੀਤੀਆਂ, ਠੀਕ ਹੈ, ਲੇਕਿਨ ਇਸ ਦੇ ਬਾਵਜੂਦ ਜੇਕਰ ਇਹ ਕਾਮਯਾਬ ਨਹੀਂ ਹੋਏ ਤਾਂ ਇਸ ਦਾ ਮਤਲਬ ਸ਼ਾਇਦ ਇਹ ਹੈ ਕਿ ਉਹਨਾਂ ਨੇ ਕਾਫੀ ਕਰੜੀ ਮਿਹਨਤ ਨਹੀਂ ਕੀਤੀ ਜਾਂ ਉਹਨਾਂ ਦੀ ਕਿਸਮਤ ਨੇ ਉਹਨਾਂ ਨੂੰ ਇਹ ਮੌਕਾ ਹੀ ਨਹੀਂ ਦਿੱਤਾ। ਸ਼ਾਇਦ ਉਹ ਸਫਲਤਾ ਲਈ ਬਣੇ ਹੀ ਨਹੀਂ ਸਨ। ਬਕਵਾਸ। ਸਮੱਸਿਆ ਇਹ ਹੈ ਕਿ ਕਰੜੀ ਮਿਹਨਤ ਦਾ ਮਿੱਥ ਸਿਰਫ ਇਹੀ ਹੈ, ਇੱਕ ਮਿੱਥ। ਦੇਖੋ, ਮੈਨੂੰ ਗਲਤ ਨਾ ਸਮਝਣਾ, ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਦੌਲਤ ਬਣਾਉਣ ਅਤੇ ਆਰਥਿਕ ਸੁਤੰਤਰਤਾ ਪਾਉਣ ਵਿੱਚ ਕਰੜੀ ਮਿਹਨਤ ਨਹੀਂ ਲੱਗਦੀ ਹੈ ਅਤੇ ਬਹੁਤ ਜ਼ਿਆਦਾ ਲੱਗਦੀ ਹੈ। ਮੈਨੂੰ ਆਸ ਹੈ ਕਿ ਤੁਸੀਂ ਇੰਨੇ ਮਾਸੂਮ ਨਹੀਂ ਹੋ ਕਿ ਉਹਨਾਂ ਮੂਰਖਾਂ ਦੀਆਂ ਗੱਲਾਂ ਉੱਤੇ ਯਕੀਨ ਕਰ ਲਓ ਜਿਹੜੇ ਤੁਹਾਨੂੰ ਕਹਿੰਦੇ ਹਨ ਕਿ ਉਹ ਤੁਹਾਨੂੰ ਦੌਲਤ ਪਾਉਣ ਦਾ ਇੱਕ ਇਹੋ ਜਿਹਾ ਤਰੀਕਾ ਦੱਸ ਸਕਦੇ ਹਨ ਜਿਹੜਾ ਸੌਖਾ ਹੈ, ਤੁਰੰਤ ਕਾਮਯਾਬ ਹੋ ਜਾਂਦਾ ਹੈ ਜਾਂ ਉਸ ਵਿੱਚ ਥੋੜੀ ਜਿਹੀ ਵੀ ਮਿਹਨਤ ਨਹੀਂ ਲੱਗਦੀ। ਕਿਉਂਕਿ ਜੇਕਰ ਤੁਸੀਂ ਨਾਦਾਨ ਹੋ ਤਾਂ ਮੈਂ ਇੱਕ ਇਹੋ ਜਿਹੇ ਪੁੱਲ ਬਾਰੇ ਜਾਣਦਾ ਹਾਂ ਜਿਸ ਨੂੰ ਤੁਸੀਂ ਸੱਚਮੁੱਚ ਹੀ ਸਸਤੇ ਵਿੱਚ ਖਰੀਦ ਸਕਦੇ ਹੋ ਅਤੇ ਸਬ ਪ੍ਰਾਈਮ ਮਾਰਗੇਜ ਜਾਂ ਕ੍ਰੈਡਿਟ ਡਿਫਾਲਟਰ ਸਵੈਪਸ ਦੀ
ਸਾਰੀ ਪ੍ਰਣਾਲੀ ਤੁਹਾਡੇ ਲਈ ਬਿਲਕੁਲ ਸਹੀ ਹੋ ਸਕਦੀ ਹੈ। ਨਹੀਂ, ਇਸ ਵਿੱਚ ਕਰੜੀ ਮਿਹਨਤ ਦੀ ਲੋੜ ਹੁੰਦੀ ਹੈ। ਅਸਲ ਸਵਾਲ ਇਹ ਹੈ ਤੁਸੀਂ ਕਿਹੜੇ ਕੰਮ ਵਿੱਚ ਕਰੜੀ ਮਿਹਨਤ ਕਰਦੇ ਹੋ। ਮੈਨੂੰ ਲੱਗਦਾ ਹੈ ਤੁਸੀਂ ਕਹਿ ਰਹੇ ਹੋਵੋਗੇ ਕਿਹੜੇ ਕੰਮ ਵਿੱਚ। ਜ਼ਾਹਰ ਹੈ ਪੈਸੇ ਬਣਾਉਣ ਵਿੱਚ। ਲੇਕਿਨ ਇੰਨੀ ਛੇਤੀ ਨਾ ਕਰੋ ਕਿਉਂਕਿ ਸਾਡੀ ਸੱਭਿਆਚਾਰਕ ਸੋਚ ਦੀ ਇਸ ਦੁਖਮਈ ਭੁੱਲ ਪਿੱਛੇ ਇਹ ਕੌੜਾ ਸੱਚ ਛੁਪਿਆ ਹੋਇਆ ਹੈ। ਪੈਸੇ ਬਣਾਉਣ ਵਿੱਚ ਕਰੜੀ ਮਿਹਨਤ ਕਰਨ ਨਾਲ ਦੌਲਤ ਕਦੇ ਨਹੀਂ ਬਣ ਪਾਵੇਗੀ। ਜਿਹੜੇ ਲੋਕ ਆਮਦਨ ਲਈ ਕੰਮ ਕਰਦੇ ਹਨ ਉਹ ਬੜੀ ਮਿਹਨਤ ਕਰਦੇ ਹਨ, ਲੇਕਿਨ ਉਹਨਾਂ ਉੱਤੇ ਜ਼ਿਆਦਾ ਟੈਕਸ ਲੱਗਦਾ ਚਲਾ ਜਾਂਦਾ ਹੈ। ਪੈਸੇ ਬਣਾਉਣ ਵਿੱਚ ਕਰੜੀ ਮਿਹਨਤ ਕਰਨ ਬਾਰੇ ਭੁੱਲ ਜਾਓ। ਇਸ ਨਾਲ ਤਾਂ ਸਿਰਫ ਇਹ ਹੋਵੇਗਾ ਕਿ ਤੁਸੀਂ ਉਸ ਨੂੰ ਖਰਚ ਕਰ ਦਿਓਗੇ ਅਤੇ ਇਸ ਤੋਂ ਬਾਅਦ ਤੁਹਾਨੂੰ ਦੁਬਾਰਾ ਕਰੜੀ ਮਿਹਨਤ ਕਰਨੀ ਹੋਵੇਗੀ। ਤੁਸੀਂ ਪੁੱਛ ਸਕਦੇ ਹੋ, ਠੀਕ ਹੈ ਤਾਂ ਮੈਂ ਕੀ ਕਰਾਂ? ਤੁਸੀਂ ਕੰਟਰੋਲ ਆਪਣੇ ਹੱਥ ਵਿੱਚ ਲੈ ਲਵੋ। ਕਿਹੜੀ ਚੀਜ਼ ਉੱਤੇ ਕੰਟਰੋਲ? ਦੇਖੋ, ਭਾਵੇਂ ਤੁਸੀਂ ਕਿੰਨੀ ਹੀ ਕਰੜੀ ਕੋਸ਼ਿਸ਼ ਕਰ ਲਵੋ, ਤੁਸੀਂ ਜੀਵਨ ਦੀਆਂ ਜ਼ਿਆਦਾਤਰ ਚੀਜ਼ਾਂ ਉੱਤੇ ਕੰਟਰੋਲ ਨਹੀਂ ਕਰ ਸਕਦੇ। ਤੁਸੀਂ ਬਾਜ਼ਾਰ ਨੂੰ ਕਾਬੂ ਨਹੀਂ ਕਰ ਸਕਦੇ, ਤੁਸੀਂ ਕਰਮਚਾਰੀਆਂ ਨੂੰ ਕਾਬੂ ਨਹੀਂ ਕਰ ਸਕਦੇ, ਤੁਸੀਂ ਅਰਥ ਵਿਵਸਥਾ ਨੂੰ ਕੰਟਰੋਲ ਨਹੀਂ ਕਰ ਸਕਦੇ। ਤਾਂ ਫਿਰ ਤੁਸੀਂ ਕਿਸ ਨੂੰ ਕਾਬੂ ਕਰ ਸਕਦੇ ਹੋ? ਦਰਅਸਲ ਤੁਸੀਂ ਆਪਣੀ ਆਮਦਨ ਦੇ ਸਰੋਤਾਂ ਉੱਤੇ ਕੰਟਰੋਲ ਕਰ ਸਕਦੇ ਹੋ। ਸਮੱਸਿਆ, ਪ੍ਰੋਬਲਮ। ਵਪਾਰ ਜਾਂ ਕਾਰੋਬਾਰ ਸਥਾਪਿਤ ਕਰਨਾ ਹੀ ਉਹ ਤਰੀਕਾ ਹੈ ਜਿਸ ਨਾਲ ਬਹੁਤੇ ਅਮੀਰ ਲੋਕ ਅਮੀਰ ਬਣੇ ਹਨ। ਬਿਲ ਗੇਟਸ ਨੇ ਮਾਈਕਰੋਸਾਫਟ ਦੀ ਸਥਾਪਨਾ ਕੀਤੀ। ਮਾਈਕਲ ਡੈਲ ਨੇ ਆਪਣੀ ਡੋਰਮੈਟਰੀ ਦੇ ਕਮਰੇ ਵਿੱਚ ਡੈਲ ਕੰਪਿਊਟਰਸ ਦੀ ਸਥਾਪਨਾ ਕੀਤੀ। ਪਰ ਬੀ ਕੁਆਡਰੈਂਟ ਵਿੱਚ ਸੱਚਮੁੱਚ ਜਿਉਣ ਵਾਲੇ ਲੋਕਾਂ ਦੀ ਗਿਣਤੀ ਇਤਿਹਾਸਿਕ ਨਜ਼ਰੀਏ ਨਾਲ ਬਹੁਤ ਘਟ ਰਹੀ ਹੈ। ਸੱਚੀ ਦੌਲਤ ਉਤਪੰਨ ਕਰਨ ਲਈ ਇਹ ਕੁਆਡਰੈਂਟ ਸਭ ਤੋਂ ਵਧੀਆ ਥਾਂ ਤੇ ਹੈ, ਲੇਕਿਨ ਇਸ ਵਿੱਚ ਦਾਖਲ ਹੋਣ ਲਈ ਕੁਝ ਰੁਕਾਵਟਾਂ ਨੂੰ ਪਾਰ ਕਰਨਾ ਹੁੰਦਾ ਹੈ ਜਿਨ੍ਹਾਂ ਕਾਰਨ ਜ਼ਿਆਦਾਤਰ ਲੋਕ ਬਾਹਰ ਹੀ ਰਹਿ ਜਾਂਦੇ ਹਨ। ਇੱਕ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਲੋਕਾਂ ਕੋਲ ਉਨਾ ਪੈਸਾ ਨਹੀਂ ਹੁੰਦਾ ਜਿਸ ਦੀ ਲੋੜ ਉਹਨਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਹੁੰਦੀ ਹੈ। ਅੱਜ ਦੀ ਤਰੀਕ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਔਸਤਨ $5 ਮਿਲੀਅਨ ਦਾ ਖਰਚਾ ਆਉਂਦਾ ਹੈ। ਦੂਜੀ ਗੱਲ ਇਹ ਹੈ ਕਿ ਸਿਫਰ ਤੋਂ ਕਾਰੋਬਾਰ ਖੜਾ ਕਰਨਾ ਅਮੀਰ ਬਣਨ ਦਾ ਸਭ ਤੋਂ ਜ਼ਿਆਦਾ ਖਤਰਨਾਕ ਤਰੀਕਿਆਂ ਵਿੱਚੋਂ ਇੱਕ ਹੈ। ਤਕਰੀਬਨ 90% ਕਾਰੋਬਾਰ ਪਹਿਲੇ 5 ਸਾਲਾਂ ਵਿੱਚ ਹੀ ਅਸਫਲ ਹੋ ਜਾਂਦੇ ਹਨ ਅਤੇ ਜੇਕਰ ਤੁਹਾਡਾ ਨਵਾਂ ਕਾਰੋਬਾਰ ਅਸਫਲ ਹੋ ਜਾਂਦਾ ਹੈ ਤਾਂ ਜ਼ਰਾ ਅੰਦਾਜ਼ਾ ਲਾਓ ਕਿ $5 ਮਿਲੀਅਨ ਕਿਸ ਦੇ ਡੁੱਬਣਗੇ। ਕਾਰੋਬਾਰ ਕਰਨ ਦੇ ਮੇਰੇ ਸ਼ੁਰੂਆਤੀ ਸਾਲਾਂ ਵਿੱਚ ਮੈਂ 2 ਵਾਰੀ ਨਾਕਾਮਯਾਬ ਹੋਇਆ। ਹਾਲਾਂਕਿ ਮੈਂ ਕਦੇ ਦਿਵਾਲੀਆ ਨਹੀਂ ਹੋਇਆ ਅਤੇ ਮੈਨੂੰ ਕਦੇ ਕੋਈ ਸਰਕਾਰੀ ਮਦਦ ਵੀ ਨਹੀਂ ਮਿਲੀ, ਲੇਕਿਨ ਇਸ ਵਿੱਚ ਮੇਰੇ ਕਈ ਮਿਲੀਅਨ ਡਾਲਰ ਡੁੱਬ ਗਏ। ਆਮ ਤੌਰ ਤੇ ਜਦੋਂ ਤੁਸੀਂ ਆਪਣੇ ਕਾਰੋਬਾਰ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਹੁੰਦਾ ਹੈ ਕਿ ਜਗ੍ਹਾ ਦਾ ਕਿਰਾਇਆ, ਬਿਜਲੀ ਪਾਣੀ ਦੇ ਬਿੱਲਾਂ ਅਤੇ ਬਾਕੀ ਲੋੜੀਂਦੇ ਖਰਚਿਆਂ ਦਾ ਭੁਗਤਾਨ ਹੋਵੇ, ਤੁਹਾਡੇ ਕਰਮਚਾਰੀਆਂ ਨੂੰ ਭੁਗਤਾਨ ਹੋਵੇ ਅਤੇ ਤੁਹਾਡੇ ਸਪਲਾਇਰਜ਼ ਨੂੰ ਭੁਗਤਾਨ ਹੋਵੇ, ਵਰਨਾ ਤੁਸੀਂ ਬਿਜ਼ਨਸ ਤੋਂ ਬਾਹਰ ਹੋ ਜਾਓਗੇ। ਹੁਣ ਜ਼ਰਾ ਅੰਦਾਜ਼ਾ ਲਾਓ ਭੁਗਤਾਨ ਕਿਸ ਨੂੰ ਨਹੀਂ ਮਿਲਦਾ ਹੈ? ਤੁਹਾਨੂੰ। ਜਦੋਂ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਦੇ ਹੋ ਅਤੇ ਇਹੀ ਮੈਂ ਇੱਕ ਸਫਲ ਕਾਰੋਬਾਰ ਦੇ ਬਾਰੇ ਗੱਲ ਕਰ ਰਿਹਾ ਹਾਂ, ਤਾਂ ਤੁਹਾਨੂੰ 5 ਤੋਂ 10 ਸਾਲਾਂ ਤੱਕ ਬਿਨਾਂ ਭੁਗਤਾਨ ਦੇ ਕੰਮ ਕਰਨਾ ਪੈ ਸਕਦਾ ਹੈ। ਕਿਮ ਅਤੇ ਮੇਰੀ ਕਹਾਣੀ ਨੂੰ ਯਾਦ ਕਰੋ, ਜਿਹੜੀ ਆਪਣੀ ਪੁਰਾਣੀ ਟੋਇਟਾ ਵਿੱਚ ਸੌਂ ਰਹੇ ਸੀ। ਇਹ ਮਜ਼ੇਦਾਰ ਨਹੀਂ ਸੀ। ਅਸੀਂ ਨੌਕਰੀ ਕਰ ਸਕਦੇ ਸੀ ਜਿਸ ਨਾਲ ਇੱਕਦਮ ਸਾਡੇ ਸਿਰਾਂ ਤੇ ਛੱਤ ਮੁਹੱਈਆ ਹੋ ਜਾਂਦੀ, ਲੇਕਿਨ ਇਹ ਚਾਹੇ ਜਿੰਨਾ ਵੀ ਦਿਲਗੀਰ ਰਿਹਾ ਹੋਵੇ ਅਤੇ ਮੇਰਾ ਯਕੀਨ ਮੰਨੋ ਇਹ ਸੀ ਵੀ, ਅਸੀਂ ਨੌਕਰੀ ਕਰਨ ਦੀ ਬਜਾਏ ਬੇਘਰ ਰਹਿਣ ਦੇ ਵਿਕਲਪ ਨੂੰ ਚੁਣਿਆ ਕਿਉਂਕਿ ਸਾਨੂੰ ਕਾਰੋਬਾਰ ਦਾ ਮਾਲਕ ਬਣਨ ਅਤੇ ਬੀ ਕੁਆਡਰੈਂਟ ਵਿੱਚ ਰਹਿਣ ਦੇ ਆਪਣੇ ਸੁਪਨੇ ਉੱਤੇ ਪੂਰਾ ਭਰੋਸਾ ਸੀ। ਜ਼ਿਆਦਾਤਰ ਲੋਕਾਂ ਵਿੱਚ ਇਹਨਾਂ ਹਾਲਾਤਾਂ ਨਾਲ ਮੁਕਾਬਲਾ ਕਰਨ ਦਾ ਮਾਨਸਿਕ, ਭਾਵਨਾਤਮਕ, ਸਰੀਰਕ ਅਤੇ ਆਰਥਿਕ ਸੱਤਿਆ ਜਾਂ ਸ਼ਕਤੀ ਨਹੀਂ ਹੁੰਦੀ। ਇਹ ਬੇਰਹਿਮ ਹੋ ਸਕਦਾ ਹੈ ਅਤੇ ਆਮ ਤੌਰ ਤੇ ਹੁੰਦਾ ਵੀ ਹੈ। ਇੱਕ ਫਰੈਂਚਾਈਜ਼ੀ ਬਾਰੇ ਕਿਵੇਂ? ਫਰੈਂਚਾਈਜ਼ੀ ਲੈਣ ਨਾਲ ਖਤਰਾ ਬਹੁਤ ਘੱਟ ਹੋ ਜਾਂਦਾ ਹੈ। ਮੈਕਡੋਨਲਡ ਜਾਂ ਸਬਵੇ ਵਰਗੀਆਂ ਸਥਾਪਿਤ ਫਰੈਂਚਾਈਜ਼ੀ ਹੋਣ ਉੱਤੇ ਤੁਹਾਡੀ ਸਫਲਤਾ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ ਅਤੇ ਜ਼ਿਆਦਾਤਰ ਜ਼ਮੀਨੀ ਕੰਮ ਬਣਿਆ ਬਣਾਇਆ ਮਿਲ ਜਾਂਦਾ ਹੈ, ਲੇਕਿਨ ਤੁਸੀਂ ਹੁਣ ਵੀ ਸਭ ਤੋਂ ਪਹਿਲੀ ਅਤੇ ਸਭ ਤੋਂ ਵੱਡੀ ਸਮੱਸਿਆ ਤੇ ਅਟਕ ਜਾਂਦੇ ਹੋ। ਇਹੋ ਜਿਹੀ ਫਰੈਂਚਾਈਜ਼ੀ ਲੈਣ ਲਈ ਤੁਹਾਨੂੰ ਨਕਦ ਪੈਸੇ ਦੇਣੇ ਪੈਂਦੇ ਹਨ। ਕਿਸੇ ਸਥਾਪਿਤ ਫਰੈਂਚਾਈਜ਼ੀ ਨੂੰ ਖਰੀਦਣ ਦੀ ਲਾਗਤ $1 ਲੱਖ ਤੋਂ ਲੈ ਕੇ $15 ਲੱਖ ਤੱਕ ਜਾਂ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਅਤੇ ਇਹ ਤਾਂ ਸਿਰਫ ਫਰੈਂਚਾਈਜ਼ੀ ਦੇ ਅਧਿਕਾਰ ਖਰੀਦਣ ਦਾ ਹੀ ਖਰਚਾ ਹੈ। ਇਸ ਤੋਂ ਬਾਅਦ ਤੁਹਾਨੂੰ ਸਿਖਲਾਈ, ਵਿਗਿਆਪਨ ਅਤੇ ਹਿਮਾਇਤ ਲਈ ਹੈੱਡਕੁਆਰਟਰਜ਼ ਨੂੰ ਜਿਹੜੀ ਮਾਸਿਕ ਅਦਾਇਗੀ ਜਾਂ ਭੁਗਤਾਨ ਕਰਨਾ ਹੁੰਦਾ ਹੈ ਉਹ ਜੁਦਾ ਹੁੰਦਾ ਹੈ ਅਤੇ ਇਨ੍ਹਾਂ ਸਾਰੀਆਂ ਹਿਮਾਇਤਾਂ ਦੇ ਬਾਵਜੂਦ ਸੱਚਮੁੱਚ ਦੌਲਤਮੰਦ ਬਣ ਜਾਣ ਦੀ ਕੋਈ ਗਾਰੰਟੀ ਨਹੀਂ ਹੈ। ਕਈ ਵਾਰ ਤਾਂ ਫਰੈਂਚਾਈਜ਼ੀ ਘਾਟੇ ਵਿੱਚ ਚੱਲਣ ਦੇ ਬਾਵਜੂਦ ਫਰੈਂਚਾਈਜ਼ੀ ਮਾਲਕ ਜਾਂ ਮੁੱਖ ਦਫ਼ਤਰ ਨੂੰ ਭੁਗਤਾਨ ਭੇਜਣਾ ਹੁੰਦਾ ਹੈ। ਭਲੇ ਹੀ ਤੁਸੀਂ ਉਹਨਾਂ ਲੋਕਾਂ ਵਿੱਚੋਂ ਹੋ ਜਿਨ੍ਹਾਂ ਦੀ ਫਰੈਂਚਾਈਜ਼ੀ ਸਫਲ ਹੋ ਜਾਂਦੀ ਹੈ, ਲੇਕਿਨ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਪਹਿਲਾਂ ਕੁਝ ਸਾਲਾਂ ਵਿੱਚ ਤੁਸੀਂ ਆਪ ਖਾਸ ਪੈਸੇ ਨਹੀਂ ਕਮਾ ਪਾਓਗੇ ਅਤੇ ਇਹ ਵੀ ਯਾਦ ਰੱਖੋ ਤਿੰਨਾਂ ਵਿੱਚੋਂ ਇੱਕ ਫਰੈਂਚਾਈਜ਼ੀ ਅੰਤ ਵਿੱਚ ਡੁੱਬ ਹੀ ਜਾਂਦੀ ਹੈ। ਜਦੋਂ ਮੇਰੇ ਗਰੀਬ ਡੈਡੀ 50 ਸਾਲ ਦੇ ਸਨ ਤਾਂ ਉਹਨਾਂ ਨੇ ਹਵਾਈ ਦੇ ਰਾਜਪਾਲ ਦੇ ਖਿਲਾਫ ਚੋਣ ਲੜਨ ਦੀ ਹਿੰਮਤ ਕੀਤੀ ਅਤੇ ਉਹ ਜਿਸ ਦੇ ਮੁਕਾਬਲੇ ਲੜ ਰਹੇ ਸਨ ਉਹ ਕੋਈ ਹੋਰ ਨਹੀਂ, ਉਹਨਾਂ ਦੇ ਉਸ ਵੇਲੇ ਦਾ ਬੌਸ ਹੀ ਸੀ। ਇਸ ਤੋਂ ਬਾਅਦ ਕੀ ਹੋਇਆ? ਤੁਸੀਂ ਬੜੀ
ਬੜੀ ਸਹਿਜਤਾ ਨਾਲ ਅੰਦਾਜ਼ਾ ਲਗਾ ਸਕਦੇ ਹੋ ਗਰੀਬ ਡੈਡੀ ਨਾ ਸਿਰਫ ਚੋਣ ਹਾਰ ਗਏ ਬਲਕਿ ਉਹਨਾਂ ਦੇ ਬੌਸ ਨੇ ਉਹਨਾਂ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਅਤੇ ਸਾਫ਼ ਸ਼ਬਦਾਂ ਵਿੱਚ ਦੱਸ ਦਿੱਤਾ ਕਿ ਉਹ ਦੁਬਾਰਾ ਕਦੇ ਹਵਾਈ ਵਿੱਚ ਨੌਕਰੀ ਨਹੀਂ ਕਰ ਪਾਉਣਗੇ। ਡੈਡੀ ਨੇ ਆਪਣੀ ਸਾਰੀ ਬਚਤ ਇਕੱਠਾ ਕਰਕੇ ਇੱਕ ਪ੍ਰਸਿੱਧ ਫਰੈਂਚਾਈਜ਼ੀ ਖਰੀਦ ਲਈ ਜਿਸ ਦੇ ਬਾਰੇ ਵਿੱਚ ਕਿਹਾ ਜਾਂਦਾ ਸੀ ਇਹ ਫਰੈਂਚਾਈਜ਼ੀ ਕਦੇ ਡੁੱਬ ਨਹੀਂ ਸਕਦੀ। ਜਿਹੜੀ ਫਰੈਂਚਾਈਜ਼ੀ ਕਦੇ ਨਹੀਂ ਸੀ ਡੁੱਬ ਸਕਦੀ ਉਹ ਡੁੱਬ ਗਈ ਅਤੇ ਨਾਲ ਹੀ ਮੇਰੇ ਡੈਡੀ ਵੀ। ਦਰਅਸਲ ਉਹਨਾਂ ਦਾ ਸਾਰਾ ਕੁਝ ਹੀ ਡੁੱਬ ਗਿਆ। ਅਸੂਲਨ ਫਰੈਂਚਾਈਜ਼ੀ ਦਾ ਵਿਚਾਰ ਬਿਹਤਰੀਨ ਹੈ ਲੇਕਿਨ ਅਸਲ ਵਿੱਚ ਇਹ ਇੱਕ ਜੂਆ ਹੈ ਅਤੇ ਇਹ ਇੱਕ ਇਹੋ ਜਿਹਾ ਜੂਆ ਹੈ ਜਿਸ ਵਿੱਚ ਤੁਹਾਨੂੰ ਟੇਬਲ ਉੱਤੇ ਪੁੱਜਣ ਅਤੇ ਖੇਡਣ ਦਾ ਮੌਕਾ ਪਾਉਣ ਲਈ ਬਹੁਤ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ। ਨਿਸ਼ਕਿਰਿਆ ਆਮਦਨੀ ਦੀ ਸ਼ਕਤੀ। ਕੀ ਤੁਸੀਂ ਕਦੇ ਪਾਣੀ ਦੇ ਉਹਨਾਂ ਸਪਰਿੰਗਾਂ ਵਾਲੇ ਨਲਕਿਆਂ ਦਾ ਇਸਤੇਮਾਲ ਕੀਤਾ ਹੈ ਜਿਹੜੇ ਕੁਝ ਰਾਜਸੀ ਜਾਂ ਲੌਕਕ ਰੈਸਟ ਰੂਮਸ ਵਿੱਚ ਪਾਣੀ ਬਚਾਉਣ ਲਈ ਲਾਏ ਜਾਂਦੇ ਹਨ? ਜਦੋਂ ਤੁਸੀਂ ਪਾਣੀ ਚਾਲੂ ਕਰਦੇ ਹੋ ਤਾਂ ਤੁਹਾਨੂੰ ਬਟਨ ਦੱਬ ਕੇ ਰੱਖਣਾ ਪੈਂਦਾ ਹੈ ਕਿਉਂਕਿ ਬਟਨ ਛੱਡਦੇ ਸਾਰ ਹੀ ਪਾਣੀ ਬੰਦ ਹੋ ਜਾਂਦਾ ਹੈ। ਜ਼ਿਆਦਾਤਰ ਲੋਕਾਂ ਦੀ ਆਮਦਨੀ ਦਾ ਸਰੋਤ ਉਸੇ ਨਲਕੇ ਵਾਂਗ ਹੁੰਦਾ ਹੈ। ਤੁਹਾਡੇ ਕੋਲ ਥੋੜਾ ਪਾਣੀ ਵਹਿ ਕੇ ਆਉਂਦਾ ਹੈ ਅਤੇ ਜਿਵੇਂ ਹੀ ਤੁਸੀਂ ਕੰਮ ਕਰਨਾ ਛੱਡ ਦਿੰਦੇ ਹੋ ਇਹ ਬੰਦ ਹੋ ਜਾਂਦਾ ਹੈ। ਇੰਜ ਤੁਸੀਂ ਆਰਥਿਕ ਨਜ਼ਰੀਏ ਤੋਂ ਕਦੇ ਸੁਤੰਤਰ ਨਹੀਂ ਹੋ ਸਕਦੇ। ਤੁਹਾਨੂੰ ਤਾਂ ਪੈਸਿਆਂ ਦਾ ਇਹੋ ਜਿਹਾ ਨਲਕਾ ਚਾਹੀਦਾ ਹੈ ਜਿਸ ਨੂੰ ਤੁਸੀਂ ਇੱਕ ਵਾਰ ਚਾਲੂ ਕਰਨ ਤੋਂ ਬਾਅਦ ਖੁੱਲਾ ਛੱਡ ਦਿਓ ਅਤੇ ਫਿਰ ਇਹ ਆਪਣੇ ਆਪ ਚੱਲਦਾ ਰਹੇ। ਇਹ ਅੱਜ ਕੱਲ ਅਤੇ ਅਗਲੇ ਹਫਤੇ ਆਮਦਨੀ ਪਾਉਣ ਬਾਰੇ ਨਹੀਂ ਹੈ। ਇਹ ਤਾਂ ਅਨੰਤ ਕਾਲ ਤੱਕ ਆਪਣੀ ਆਮਦਨ ਨੂੰ ਸੁਰੱਖਿਅਤ ਕਰਨ ਬਾਰੇ ਹੈ। ਇਹ ਨਿਸ਼ਕਿਰਿਆ ਆਮਦਨੀ ਹੈ ਜਿਸ ਨੂੰ ਰੀਸ਼ਡਿਊਲ ਇਨਕਮ ਵੀ ਕਿਹਾ ਜਾਂਦਾ ਹੈ। ਜਾਣੀ ਇਹੋ ਜੀ ਆਮਦਨ ਜਿਹੜੀ ਵਾਰ-ਵਾਰ ਆਉਂਦੀ ਰਹਿੰਦੀ ਹੈ। ਤੁਹਾਡੀ ਮਿਹਨਤ ਕਰਨ ਅਤੇ ਆਮਦਨੀ ਦੇ ਉਸ ਸਰੋਤ ਵਿੱਚ ਲੋੜੀਂਦੀ ਪੂੰਜੀ ਲਗਾਉਣ ਦੇ ਲੰਮੇ ਅਰਸੇ ਬਾਅਦ ਵੀ ਆਪਣੇ ਆਪ ਨੂੰ ਬੀ ਕੁਆਡਰੈਂਟ ਵਿੱਚ ਪਹੁੰਚਾਉਣਾ ਇਸ ਦਿਸ਼ਾ ਵਿੱਚ ਇੱਕ ਸ਼ਕਤੀਸ਼ਾਲੀ ਕਦਮ ਹੈ। ਲੇਕਿਨ ਸਾਰੇ ਕਾਰੋਬਾਰਾਂ ਵਿੱਚ ਨਿਸ਼ਕਿਰਿਆ ਆਮਦਨ ਨਹੀਂ ਮਿਲਦੀ। ਜੇਕਰ ਤੁਸੀਂ ਕਿਸੇ ਰੈਸਟੋਰੈਂਟ ਦੇ ਮਾਲਕ ਹੋ ਤਾਂ ਤੁਹਾਨੂੰ ਆਮਦਨ ਤਾਈਓ ਹੋਵੇਗੀ ਜਦੋਂ ਤੁਸੀਂ ਖਾਣਾ ਬਣਾਓਗੇ ਅਤੇ ਵੇਚੋਗੇ। ਜੇਕਰ ਤੁਸੀਂ 에ਅਰ ਕੰਡੀਸ਼ਨਰ ਦੀ ਮੁਰੰਮਤ ਕਰਨ ਦੇ ਕਾਰੋਬਾਰ ਵਿੱਚ ਹੋ ਤਾਂ ਤੁਹਾਡੀ ਆਮਦਨ ਉਦੋਂ ਹੀ ਹੋਵੇਗੀ ਜਦੋਂ ਤੁਸੀਂ ਉਹ ਸੇਵਾ ਪ੍ਰਦਾਨ ਕਰੋਗੇ। ਇੱਥੋਂ ਤੱਕ ਕਿ ਉੱਚੀ ਆਮਦਨੀ ਵਾਲੇ ਡਾਕਟਰ ਅਤੇ ਵਕੀਲ ਵੀ ਪੈਸਾ ਸਿਰਫ ਉਦੋਂ ਤੱਕ ਹੀ ਕਮਾਉਂਦੇ ਹਨ ਜਦੋਂ ਤੱਕ ਉਹ ਰੋਗੀਆਂ ਜਾਂ ਅਸਾਮੀਆਂ ਨੂੰ ਮਿਲਦੇ ਹਨ। ਜੇਕਰ ਕਿਸੇ ਰੋਗੀ ਜਾਂ ਅਸਾਮੀ ਨੂੰ ਕਿਸੇ ਖਾਸ ਹਫ਼ਤੇ ਵਿੱਚ ਉਹਨਾਂ ਦੇ ਗਿਆਨ ਜਾਂ ਸੇਵਾਵਾਂ ਦੀ ਲੋੜ ਨਹੀਂ ਹੈ ਤਾਂ ਉਹਨਾਂ ਦੀ ਆਮਦਨੀ ਦਾ ਨਲਕਾ ਬੰਦ ਹੋ ਜਾਂਦਾ ਹੈ ਅਤੇ ਉਸ ਹਫ਼ਤੇ ਉਸ ਵਿੱਚੋਂ ਕੋਈ ਪੈਸਾ ਨਹੀਂ ਆਉਂਦਾ। ਜ਼ਿਆਦਾਤਰ ਲੋਕਾਂ ਨੂੰ ਨਿਸ਼ਕਿਰਿਆ ਆਮਦਨ ਉਤਪੰਨ ਕਰਨ ਵਾਲੇ ਰਸਤਿਆਂ ਦੀ ਲੋੜ ਹੁੰਦੀ ਹੈ। ਇਸੇ ਉਦੇਸ਼ ਨਾਲ ਡੋਨਾਲਡ ਟਰੰਪ ਅਤੇ ਮੈਂ ਮਿਲ ਕੇ ਕਈ ਪ੍ਰਕਾਰ ਦੇ ਵਪਾਰਕ ਪ੍ਰਣਾਲੀਆਂ ਦਾ ਮੁਲਾਂਕਣ ਕੀਤਾ ਜਿਨ੍ਹਾਂ ਨਾਲ ਨਿਸ਼ਕਿਰਿਆ ਆਮਦਨੀ ਉਤਪੰਨ ਹੋ ਸਕਦੀ ਹੈ। ਅਸੀਂ ਆਪਣੇ ਨਤੀਜੇ ਵੀ ਵਾਂਟ ਯੂ ਟੂ ਬੀ ਰਿਚ ਕਿਤਾਬ ਵਿੱਚ ਪ੍ਰਕਾਸ਼ਿਤ ਕੀਤੇ ਅਤੇ ਉਂਝ ਇਹ ਸਿਰਫ ਸਾਡੀ ਕਿਤਾਬ ਦਾ ਸਿਰਲੇਖ ਹੀ ਨਹੀਂ ਹੈ। ਅਸੀਂ ਤੁਹਾਨੂੰ ਹਕੀਕਤਨ ਅਮੀਰ ਬਣਾਉਣਾ ਚਾਹੁੰਦੇ ਹਾਂ। ਦੌਲਤ ਸੀਮਤ ਧਨ ਦਾ ਖੇਡ ਨਹੀਂ ਹੈ। ਇੰਜ ਵੀ ਨਹੀਂ ਕਿ ਜੇਕਰ ਤੁਸੀਂ ਅਮੀਰ ਬਣ ਗਏ ਤਾਂ ਤੁਸੀਂ ਮੇਰੇ ਤੋਂ ਜਾਂ ਡੋਨਾਲਡ ਤੋਂ ਜਾਂ ਕਿਸੇ ਹੋਰ ਕੋਲੋਂ ਕੁਝ ਲੈ ਲਵੋਗੇ। ਦਰਅਸਲ ਅਸੀਂ ਜਿਸ ਸੰਸਾਰ ਵਿੱਚ ਰਹਿ ਰਹੇ ਹਾਂ ਉਹ ਅਦਭੁਤ ਹੈ ਅਤੇ ਸ਼ਾਨਦਾਰ ਹੈ। ਇੱਥੇ ਕਾਫੀ ਜ਼ਿਆਦਾ ਮਾਤਰਾ ਵਿੱਚ ਊਰਜਾ, ਸਮੱਗਰੀ, ਚਤੁਰਾਈ, ਰਚਨਾਤਮਕਤਾ ਅਤੇ ਤਾਂਘਾਂ ਮੌਜੂਦ ਹਨ ਜਿਨ੍ਹਾਂ ਨਾਲ ਇਸ ਸੰਸਾਰ ਵਿੱਚ ਰਹਿਣ ਵਾਲਾ ਹਰ ਵਿਅਕਤੀ ਦੌਲਤਮੰਦ ਬਣ ਸਕਦਾ ਹੈ। ਤਾਂ ਅਸੀਂ ਕੀ ਪਾਇਆ? ਅਸੀਂ ਇਹ ਪਾਇਆ ਕਿ ਇੱਕ ਬਿਜ਼ਨਸ ਮਾਡਲ ਬਾਕੀ ਸਾਰਿਆਂ ਤੋਂ ਅੱਡਰਾ ਦਿਖਦਾ ਹੈ। ਇਹ ਵਿਸ਼ੇਸ਼ ਬਿਜ਼ਨਸ ਮਾਡਲ ਨਿਸ਼ਕਿਰਿਆ ਆਮਦਨੀ ਪ੍ਰਦਾਨ ਕਰਦਾ ਹੈ। ਨਾਲ ਹੀ ਇਸ ਨੂੰ ਸ਼ੁਰੂ ਕਰਨ ਦੀ ਲਾਗਤ ਹੋਰਾਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਇਸ ਵਿੱਚ ਹੋਰ ਖਰਚੇ ਵੀ ਬਹੁਤ ਘੱਟ ਹੁੰਦੇ ਹਨ ਅਤੇ ਇਸ ਨੂੰ ਆਪਣੀ ਸਹੂਲੀਅਤ ਮੁਤਾਬਕ ਪਾਰਟ ਟਾਈਮ ਵੀ ਕੀਤਾ ਜਾ ਸਕਦਾ ਹੈ ਜਦੋਂ ਤੱਕ ਕਿ ਇਸ ਨਾਲ ਉਦਮੀ ਨੂੰ ਕਾਫੀ ਕੈਸ਼ ਫਲੋ ਨਾ ਮਿਲਣ ਲੱਗੇ ਅਤੇ ਉਹ ਆਪਣੀ ਅਜੋਕੀ ਪੂਰੀ ਸਮੇਂ ਦੀ ਨੌਕਰੀ ਨੂੰ ਛੱਡਣ ਦੀ ਸਥਿਤੀ ਵਿੱਚ ਨਾ ਆ ਜਾਵੇ। ਇਸ ਬਿਜ਼ਨਸ ਮਾਡਲ ਦਾ ਨਾਂ ਹੈ ਨੈਟਵਰਕ ਮਾਰਕੀਟਿੰਗ। ਬਾਕੀ ਕਿਤਾਬ ਇਸ ਬਾਰੇ ਹੈ।